ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਥ ਹੁੰਦਾ ਹੈ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ, ਫਿਰ ਆਪਾਂ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਜੰਗ ਦੇ ਨਾਲ ਜੁੜੀ ਹੋਈ ਖਬਰ ਤੇ ਪਾਉਣਾ ਚਾਨਣਾ, ਜਿਹਦਾ ਸਿੱਧਾ ਸੰਬੰਧ ਭਾਰਤ ਦੇ ਨਾਲ ਵੀ ਹੈ। ਵੈਸੇ ਇਹ ਜਿਹੜੀ ਜੰਗ ਹੈ ਇਹਦਾ ਸੰਬੰਧ ਪੂਰੀ ਦੁਨੀਆ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿਉਂਕਿ એનર્ਜੀ ਦਾ ਸੰਕਟ ਸ਼ਾਇਦ ਸਾਰੀ ਦੁਨੀਆ ਤੇ ਹੀ ਇਸ ਜੰਗ ਦੇ ਕਰਕੇ ਖੜਾ ਹੋ ਗਿਆ। ਤੇ ਗੱਲ ਕਰੀਏ ਰੁਪਈਏ ਦੀ, ਰੁਪਈਏ ਦੇ ਬੜੇ ਮੰਦੜੇ ਹਾਲ ਨੇ ਇਹ ਜੰਗ ਲੱਗ ਜਾਣ ਤੋਂ ਬਾਅਦ। ਪਾਇਓ ਜਰਾ ਚਾਨਣਾ ਵੀ ਕਿਹੋ ਜੀ ਸਥਿਤੀ ਹੈ, ਕਿ ਇਸ ਦੇ ਇੰਪੈਕਟ ਪੈ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਬਾਜ਼ਾਰ ਤੇ। ਤਾਂ ਦੇਖ ਹੀ ਰਹੇ ਹਾਂ ਆਲ ਓਵਰ ਆਮ ਵਿਅਕਤੀ ਤੱਕ ਇਸ ਦਾ ਕਿੰਨਾ ਕੁ ਅਸਰ ਪਹੁੰਚ ਰਿਹਾ ਹੈ ਜੀ। ਹਾਂਜੀ ਬਿਲਕੁਲ ਗੁਰਪ੍ਰੀਤ, ਦੇਖੋ ਰੁਪਈਏ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਰੁਪਈਆ ਡਾਲਰ ਦੇ ਮੁਕਾਬਲੇ ਤੁਹਾਨੂੰ ਪਤਾ ਹੀ ਆ ਉਹ ਟਿਕਿਆ ਹੁੰਦਾ ਫੋਰਨ ਰਿਜ਼ਰਵ ਤੇ। ਜੀ ਤਾਂ ਜਦੋਂ ਫੋਰਨ ਰਿਜ਼ਰਵ ਦਾ ਤੁਹਾਨੂੰ ਪਤਾ ਬੈਲੈਂਸ ਵਿਗੜਦਾ ਤਾਂ ਰੁਪਈਏ ਦੀਆਂ ਕੀਮਤਾਂ ਜਿਹੜੀਆਂ ਡਾਲਰ ਦੇ ਮੁਕਾਬਲੇ ਅਸਥਿਰ ਹੋ ਜਾਂਦੀਆਂ ਨੇ। ਤਾਂ ਜ਼ਾਰਾ ਜੀ ਗੱਲ ਆ ਕਿ ਤੇਲ ਦੀਆਂ ਕੀਮਤਾਂ ਚੜ੍ਹਨੀਆਂ ਸਟਾਰਟ ਹੋ ਗਈਆਂ। ਡਾਲਰ ਕਿਉਂਕਿ ਇੱਕ ਖਰੀਦ ਦਾ ਜ਼ਰੀਆ ਹੈ, ਡਾਲਰ ਤੋਂ ਬਗੈਰ ਤੁਸੀਂ ਤੇਲ ਨਹੀਂ ਖਰੀਦ ਸਕਦੇ। ਡਾਲਰ ਦੀ ਫਿਰ ਤੁਹਾਡੇ ਖਜ਼ਾਨੇ ਚੋਂ ਕਹਿ ਲਓ ਕਿ ਜਾਵਕ ਜ਼ਿਆਦਾ ਹੈ, ਆਵਕ ਜੇ ਘਟ ਗਈ। ਐਫਡੀਆਈ ਤੇ ਤੁਹਾਨੂੰ ਪਤਾ ਹੀ ਪਹਿਲਾਂ ਬੇੜਾ ਗਰਕ ਸੀਗਾ। ਜਿਹੜੇ ਕਹਿ ਲਓ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਆਉਂਦੇ ਸੀ ਸਾਡੇ, ਉਹ ਆਉਣੇ ਤਾਂ ਕੀ ਸੀ, ਸਮਾਂ ਦੀ ਨਿਕਲਣੇ ਸਟਾਰਟ ਹੋ ਗਏ। ਸੋ ਕਈ ਰੀਜ਼ਨ ਨੇ, ਕਈ ਕਾਰਨ ਨੇ ਜਿਹਦੇ ਚੱਲਦੇ ਆ ਹੁਣ ਰੁਪਈਏ ਦੀ ਹਾਲਤ ਇਹ ਆ ਕਿ ਵੀ ਤੁਸੀਂ ਹਿਸਾਬ ਲਾ ਲਓ ਕਿ ਇਤਿਹਾਸਕ ਗਿਰਾਵਟ ਦੇ ਵਿੱਚ ਚਲਾ ਗਿਆ। ਅੱਜ 92 ਤੋਂ ਵੀ ਟੱਪ ਗਿਆ ਸੀਗਾ। ਤੋ ਲਿਹਾਜ਼ਾ ਹੁਣ ਪੰਜਾਬ ਦੇ ਲਿਹਾਜ਼ ਨਾਲ, ਇੰਡੀਆ ਦੇ ਲਿਹਾਜ਼ ਨਾਲ ਜੇ ਆਪਾਂ ਦੇਖਣਾ ਹੋਵੇ ਤਾਂ ਕਤਰ ਨੇ ਆਪਦਾ ਗੈਸ ਉਤਪਾਦਨ ਹੀ ਬੰਦ ਕਰ ਦਿੱਤਾ ਹੈ। ਜੀ ਇੰਡੀਆ ਨੂੰ ਤੁਸੀਂ ਹਿਸਾਬ ਲਾ ਲਓ ਕਿ ਜਿਹੜੀ ਸਪਲਾਈ ਆਉਂਦੀ ਸੀ ਉਹ ਟੋਟਲ ਦੇਖੀਏ ਤੇ 40% ਘਟ ਗਈ ਆ। ਮਿਡਲ ਜੀ ਈਸਟ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਚੱਲਦਾ ਪਿਆ, ਤਾਂ ਤੁਸੀਂ ਇਹ ਵੇਖ ਲਓ ਕਿ ਜਿਹੜੀ ਇਹ ਨੈਚੁਰਲ ਗੈਸ ਆ ਜਿਹਨੂੰ ਆਪਾਂ LNG ਕਹਿੰਦੇ ਆ, ਤਾਂ ਇਹ ਬਹੁਤ ਵੱਡਾ ਅਸਰ ਪਾਉਂਦੀ ਹੈ। ਜੇ ਯੂਰਪ ਦਾ ਬਾਜ਼ਾਰ ਦੇਖੋਗੇ, ਇੰਡੀਆ ਦਾ ਬਾਜ਼ਾਰ ਦੇਖੋਗੇ, ਤਾਂ ਉਹਦੇ ਚ ਦਿੱਕਤ ਹੀ ਦਿੱਕਤ ਆਏਗੀ ਗਾ। ਤਾਂ ਤੁਸੀਂ ਇਹ ਦੇਖੋ ਕਿ 2.7 ਕਰੋੜ ਟਨ ਸਾਲਾਨਾ ਕਤਰ ਤੋਂ ਆਪਾਂ ਇੰਪੋਰਟ ਕਰਦੇ ਆ। ਉਹ ਜਿਹੜੀ ਇੰਪੋਰਟ ਕਰਦੇ ਆ ਤਾਂ ਜੇ ਉਹ 40% ਉੱਡ ਗਈ ਹੈ ਤਾਂ ਇਹਦਾ ਮਤਲਬ ਇਹ ਆ ਕਿ ਜਿੰਨੀ ਸਾਨੂੰ ਚਾਹੀਦੀ ਆ ਚੀਜ਼ ਉਹ ਨਹੀਂ ਮਿਲ ਰਹੀ, ਤਾਂ ਦਿੱਕਤ ਹੀ ਦਿੱਕਤ ਹੈ। ਤੇਲ ਦਾ ਵੀ ਹੋ ਗਿਆ, ਗੈਸ ਦਾ ਵੀ ਹੋ ਗਿਆ। ਤਾਂ ਜੇ ਸਟ੍ਰੇਟ ਆਫ ਹਾਰਮੋਜ਼ ਦੀ ਗੱਲ ਕਰਦੇ ਆ ਆਪਾਂ, ਤਾਂ ਉੱਥੋਂ ਜਿਵੇਂ ਆਪਾਂ 28 ਫਰਵਰੀ ਨੂੰ ਦੇਖਿਆ ਕਿ ਇਸ ਰਸਤੇ ਤੋਂ 91 ਜਹਾਜ਼ ਗੁਜ਼ਰੇ ਸੀ, ਜਿਹੜੇ ਹੁਣ ਘਟ ਕੇ 26 ਰਹਿ ਗਏ। ਜੀ ਤਾਂ ਇਹਦਾ ਮਤਲਬ ਇਹ ਆ ਕਿ 50% ਤਾਂ ਕੱਲਾ ਜਿਹੜਾ ਤੇਲ ਸੀ ਉਹ ਇੱਥੋਂ ਇੰਡੀਆ ਦਾ ਹੀ ਗੁਜ਼ਰਦਾ ਸੀਗਾ। ਤਾਂ ਬਹੁਤ ਔਖਾ ਹੈ, ਬਹੁਤ ਔਖਾ ਇੰਡੀਆ ਵਾਸਤੇ। ਤਾਂ ਦੇਖਦੇ ਆ ਖਾਦ ਤੇ ਬਿਜਲੀ ਉਤਪਾਦਨ ਤੇ ਖਤਰਾ ਪੈਦਾ ਹੋ ਜਾਏਗਾ। ਜੀ ਇਹ ਬਹੁਤ ਵੱਡੀ ਗੱਲ ਹੈ ਨਾ। ਫਿਰ ਇਸ ਤੋਂ ਇਲਾਵਾ ਜੇ ਬਿਜਲੀ ਮਹਿੰਗੀ ਹੋਏਗੀ ਤਾਂ ਲੋਕਾਂ ਤੇ ਬੋਝ ਪਵੇਗਾ। ਸੋ ਇਸ ਕਰਕੇ ਬਹੁਤ ਹੀ ਕਸੂਤੀ ਸਥਿਤੀ ਦੇ ਵਿੱਚ ਆ। ਮੈਂ ਅੱਜ ਇੱਕ ਹੋਰ ਖਬਰ ਪਿਆ ਪੜ੍ਹਦਾ ਸਾਂ ਕਿ ਜੀ ਸਟ੍ਰੇਟ ਆਫ ਹਾਰਮੋਜ਼ ਤੋਂ ਚਾਈਨਾ ਨੂੰ ਲੰਘਣ ਵਾਸਤੇ ਅਲਾਉ ਕਰ ਦਿੱਤਾ। ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ ਕਿਉਂਕਿ ਮੈਂ ਖਬਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਹੀ ਪੜ੍ਹਿਆ, ਕੱਟ ਆਊਟ ਪੜ੍ਹਿਆ। ਚਾਈਨਾ ਦਾ ਕੋਈ ਆਊਟਲੈਟ ਸੀਗਾ, ਉਹਦਾ ਸੀਗਾ। ਤੇ ਜੇ ਉਹ ਇਸ ਤਰ੍ਹਾਂ ਹੈ ਤਾਂ ਫਿਰ ਤੁਸੀਂ ਵੇਖੋ ਕਿ ਸਾਡੀ ਜਿਹੜੀ ਕੌਮਾਂਤਰੀ ਕੂਟਨੀਤੀ ਆ ਉਹਦਾ ਅੱਜ ਕੀ ਹਾਲ ਹੈ। ਉਹਦਾ ਹਾਲ ਵੀ ਰੁਪਈਏ ਵਾਂਗੂ ਆ। ਉਹ ਜਿਵੇਂ ਜੀ ਉਹ ਇੱਕ ਗਾਣਾ ਆਇਆ ਸੀ ਨਾ ਕਿ ਵੇ ਸ਼ੁਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ। ਉਹ ਆਂਦਾ ਜੀ ਨਹੀਂ ਮੇਰੀ ਇਹ ਜਾਨੇ
ਤੇਰਿਆਂ ਦੁੱਖਾਂ ਨੇ ਮੈਨੂੰ ਖਾ ਲਿਆ। ਰੁਪਈਏ ਦਾ ਹਾਲ ਤੇ ਉਹ ਹੈਗਾ ਹੀ ਹੈਗਾ, ਇਹਨੂੰ ਤੇ ਦੁੱਖਾਂ ਨੇ ਖਾ ਲਿਆ ਜੋ ਇਹ ਇਸ ਟਾਈਮ ਦੁੱਖ ਹੋਏ ਆ। ਪਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ, ਜੇ ਚਾਈਨਾ ਨੂੰ ਉੱਥੋਂ ਰਾਹਤ ਮਿਲਦੀ ਹੈ ਤੇ ਉਹਦੇ ਕੋਲ ਤੇ ਰਸ਼ੀਆ ਦਾ ਵੀ ਬਦਲ ਹੈ। ਅਸੀਂ ਬਿਲਕੁਲ। ਸਾਡੇ ਕੋਲ ਤੇ ਰਸ਼ੀਆ ਦਾ ਵੀ ਬਦਲ ਖਤਮ ਹੋ ਗਿਆ ਨਾ ਜਨਾਬ। ਹੂੰ, ਜੀ, ਵੈਨਜ਼ੂਏਲਾ ਉਹ ਕੰਟਰੋਲ ਕਰੀ ਬੈਠੇ ਆ ਮਾਦਰੋ ਨੂੰ ਚੁੱਕ ਕੇ। ਈਰਾਨ ਤੇ ਸਾਡੇ ਨਾਲ ਟੇਢਾ ਹੋ ਗਿਆ ਲੰਮੇ ਅਰਸੇ ਤੋਂ। ਜਦੋਂ ਅਸੀਂ ਆਪਣਾ ਸਟਾਂਸ ਬਦਲ ਲਿਆ, ਜਦੋਂ ਨਰਿੰਦਰ ਮੋਦੀ ਹੋਰਾਂ ਨੇ ਕ੍ਰਾਂਤੀਕਾਰੀ ਯੁੱਗ ਸ਼ੁਰੂ ਕੀਤਾ, ਅੰਮ੍ਰਿਤ ਕਾਲ ਆਪਦਾ ਸ਼ੁਰੂ ਕੀਤਾ 2014 ਚ, ਉਹ ਇਜ਼ਰਾਈਲ ਦੇ ਇਸ਼ਾਰਿਆਂ ਤੇ ਠੁਮਕਣ ਲੱਗ ਪਏ। ਤਾਂ ਈਰਾਨ ਨੇ ਤੇ ਦੂਰ ਹੋਣਾ ਹੀ ਸੀ। ਚਾਬਹਾਰ ਬੰਦਰਗਾਹ ਸਭ ਨੂੰ ਪਤਾ ਕੀ ਹੋਇਆ। ਸੋ ਇਹ ਮਸਲਾ ਬਹੁਤ ਟੇਢਾ ਹੋ ਗਿਆ ਇੰਡੀਆ ਵਾਸਤੇ। ਇੰਡੀਆ ਵਾਸਤੇ ਕਾਹਦਾ ਹੋਇਆ? ਸਿਆਪਾ ਤੇ ਸਾਡੇ ਵਰਗਿਆਂ ਦੀ ਜਾਨ ਨੂੰ ਹੈ ਨਾ। ਪਾਉਂਦੇ ਹੁੰਦੇ ਆ ਕਿ ਬੋੜ ਜਿੱਡਾ ਮਰਜ਼ੀ ਭਾਰਾ ਹੋ ਜਾਵੇ, ਗੁਰਪ੍ਰੀਤ ਭਾਰ ਤੇ ਤਣਿਆਂ ਤੇ ਪੈਣਾ ਹੈ ਨਾ, ਉਹਨੂੰ ਬਿਲਕੁਲ। ਝੱਲਣਾ ਤੇ ਤਣਿਆਂ ਨੇ ਆ। ਤੇ ਤਣੇ ਕੌਣ ਆ? ਕਿਸੇ ਵੀ ਮੁਲਕ ਦੇ ਵਿੱਚ ਲੋਕ। ਪਰ ਵੱਡੀ ਖਬਰ ਇਹ ਵੀ ਅੱਜ ਆਈ ਆ ਕਿ ਭਾਰਤ ਤੋਂ ਵਾਪਸ ਜਾ ਰਹੇ ਈਰਾਨੀ ਜਿਹੜਾ ਆਹ ਯੁੱਧ ਪੋਤ ਹੁੰਦਾ ਹੈ ਬਈ, ਉਹਨੂੰ ਡਬੋ ਦਿੱਤਾ। ਪਣਡੁੱਬੀ ਨਾਲ ਹਮਲਾ ਕੀਤਾ ਗਿਆ ਸ਼੍ਰੀਲੰਕਾ ਦੇ ਕੋਲ। ਦੱਸਦੇ ਆ ਕਿ 80 ਫੌਜੀ ਮਾਰ ਦਿੱਤੇ ਗਏ ਨੇ ਇਹਨਾਂ ਦੇ। ਇਹ ਵੀ ਇੱਕ ਜੀ, ਬਹੁਤ ਵੱਡੀ ਗੱਲ ਹੈ। ਜਿਹੜਾ ਇਹਨਾਂ ਦਾ IRIS ਸੀ, ਇਸ ਨੂੰ ਫਨਾਹ ਕਰ ਦਿੱਤਾ ਗਿਆ। ਬਹੁਤ ਵੱਡੀ ਖਬਰ ਹੈ ਇਹ ਵੀ। ਤੇ ਇਹਦੇ ਵਿੱਚ ਟੋਟਲ ਸ਼ਾਇਦ 200 ਦੇ ਕਰੀਬ ਜਿਹੜੇ ਸੀਗੇ ਉਹ ਫੌਜੀ ਚੜੇ ਜਾ ਰਹੇ ਸੀਗੇ, ਨੇਵੀ ਵਾਲੇ ਹੋਣੇ ਆ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਵੱਡੀ ਘਟਨਾ ਸੀ। ਹਾਲਾਂਕਿ ਅਮਰੀਕੀ ਜਨਰਲ ਅੱਜ ਬੋਲ ਰਹੇ ਸਨ ਕਿ ਈਰਾਨ ਦੇ ਹਮਲਿਆਂ ਦੇ ਵਿੱਚ ਕਮੀ ਆਈ ਆ। ਇਹ ਵੀ ਦਾਅਵਾ ਕੀਤਾ ਗਿਆ ਕਿ ਈਰਾਨ ਨੇ ਅਮਰੀਕਾ ਦੇ ਨਾਲ ਗੱਲਬਾਤ ਦਾ ਕੋਈ ਗੁਪਤ ਪ੍ਰਪੋਜ਼ਲ ਭੇਜਿਆ, ਪਰ ਕੋਈ ਪੁਸ਼ਟੀ ਨਹੀਂ। ਇੱਧਰ ਹਿਜ਼ਬੁੱਲਾ ਦਾ ਦਾਅਵਾ ਕਿ ਅਸੀਂ ਇਜ਼ਰਾਈਲ ਦੇ ਹਾਈਫਾ ਬੇਸ ਤੇ ਡਰੋਨ ਹਮਲਾ ਕੀਤਾ। ਤੇ ਇੱਧਰ ਜੇ ਆਪਾਂ ਵੇਖੀਏ, ਕਹਿੰਦੇ ਆ ਕਿ ਹੈਕਸੈਟ ਜਿਹੜੇ ਬੋਲੇ ਆ ਕਿ ਈਰਾਨ ਦੇ ਗਰਲ ਸਕੂਲ ਤੇ ਹੋਏ ਹਮਲੇ ਦੀ ਜਾਂਚ ਕਰ ਰਹੇ ਆ, ਕਿਉਂਕਿ ਇਹਦੇ ਤੇ ਤਾਂ ਬੜੀ ਦੁਨੀਆ ਉਬਲੀ ਪਈ ਆ। ਤੁਸੀਂ ਜੀ, ਵੇਖੋ ਨਾ ਉਹ ਕਬਰ ਗਾਹਾਂ ਦੀ ਜਿਹੜੀ ਫੋਟੋ, ਜਿਹਦੇ ਵਿੱਚ ਲਗਭਗ ਮੇਰੇ ਖਿਆਲ ਦੇ ਨਾਲ 250 ਤੋਂ ਵੱਧ ਕਬਰਾਂ ਇੱਕੋ ਵੇਲੇ ਖੋਦੀਆਂ ਗਈਆਂ ਜੀ, ਸਮੂਹਿਕ ਤੌਰ ਤੇ। ਤੇ ਫਿਰ ਉਹਨਾਂ ਦੇ ਵਿੱਚ ਇਹਨਾਂ ਬੱਚੀਆਂ ਨੂੰ ਦਫਨਾਇਆ ਗਿਆ। ਪੂਰੀ ਦੁਨੀਆ ਦੇ ਵਿੱਚੋਂ ਇਸ ਜ਼ੁਲਮ ਦੀ ਨਿੰਦਿਆ ਹੋਈ ਆ। ਤਾਂ ਉਹਦੀ ਸਫਾਈ ਆਈ ਆ ਕਿ ਜਾਂਚ ਕਰ ਰਹੇ। ਜਾਂਚ ਸਵਾਹ ਕਰਨੀ ਹੈ। ਤੁਸੀਂ ਜਦੋਂ ਇੰਨੀਆਂ ਬੱਚੀਆਂ ਮਾਰ ਦਿੱਤੀਆਂ, ਗਰਲ ਸਕੂਲ ਦੇ ਵਿੱਚ ਤੁਸੀਂ ਬੰਬ ਸੁੱਟੇ ਨੇ, ਉਹ ਕੁੱਲ ਮਿਲਾ ਕੇ ਉਹ ਨਿਗਾਹ ਜਾਂ ਕਹਿ ਲਓ ਆਸ ਇਸੇ ਗੱਲ ਤੇ ਟਿਕੀ ਆ ਕਿ ਸ਼ਾਇਦ ਗੱਲਬਾਤ ਰਾਹੀਂ, ਕੋਈ ਟੇਬਲ ਟਾਕ ਰਾਹੀਂ ਇਸ ਮਸਲੇ ਦਾ ਹੱਲ ਨਿਕਲ ਜਾਵੇ, ਇਹ ਜੰਗ ਇੱਕ ਵਾਰ ਰੁਕ ਜਾਵੇ ਤੇ ਸੁੱਖ ਦਾ ਸਾਹ ਆਵੇ। ਅਦਰਵਾਈਜ਼ ਸੁੱਖ ਦਾ ਸਾਹ ਗੁਰਪ੍ਰੀਤ ਇੰਡੀਆ ਦੇ ਵਿੱਚ ਤੇ ਨਹੀਂ ਆਏਗਾ। ਜੀ, ਜੀ, ਔਖਾ ਨਜ਼ਰ ਆ ਰਿਹਾ ਹੈ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਇਹਨਾਂ ਦੀ ਜੀ, ਜਿਹੜੀ ਭਗਤ ਮੰਡਲੀ ਹੈ, ਬਦਮਾਸ਼ ਮੰਡਲੀ ਕਹਿ ਲਓ, ਭਗਤ ਮੰਡਲੀ ਕਾਦੀ, ਇਹ ਤਾਂ ਭਗਤ ਸ਼ਬਦ ਤਾਂ ਬਹੁਤ ਵਧੀਆ ਹੁੰਦਾ ਹੈ ਕਿ ਜੀ, ਉਹ ਕਹੀ ਜਾਂਦੇ ਨੇ ਵੇਖੋ ਤੁਸੀਂ ਹੋਲੀ ਮਨਾ ਰਹੇ ਜੇ, ਇਹ ਸਭ ਕਿਹਦੇ ਸਦਕਾ ਹੈ? ਅੱਜ ਵੇਖੋ ਦੁਨੀਆ 'ਚ ਅੱਗ ਲੱਗੀ ਆ। ਬਈ ਕੌਣ ਆ ਤੁਹਾਡਾ? ਕੌਣ ਸੀ? ਜੇ ਮੋਦੀ ਨਾ ਹੁੰਦਾ, ਲਓ ਕਰ ਲਓ ਗੱਲ। ਹੱਦ ਹੋ ਗਈ ਆ। ਇਹ ਤੇ ਏਡੇ ਹੈਗੇ ਨੇ, ਕਹਿੰਦੇ ਕਿ 65 ਤੇ 71 ਦੇ ਵਿੱਚ ਈਰਾਨ ਨੇ ਸਾਥ ਦਿੱਤਾ ਸੀ ਪਾਕਿਸਤਾਨ ਦਾ। ਉਹ ਭਾਈ ਉਹ 65 ਤੇ 71 ਵੇਲੇ ਤੇ ਰਾਜ ਹੀ ਸ਼ਾਹ ਪਹਿਲਵੀ ਦਾ ਸੀ, ਜੋ ਜੀ, ਅਮਰੀਕਾ ਦਾ ਪਿੱਠੂ ਇਸ ਟਾਈਮ ਉਹ ਤੇ ਅਮਰੀਕਾ 'ਚ ਬੈਠਾ ਹੈ ਤੇ ਅਮਰੀਕਾ ਦੇ ਇਸ਼ਾਰਿਆਂ ਤੇ ਮੋਦੀ ਸਾਹਿਬ ਨੱਚਦੇ ਫਿਰਦੇ ਨੇ। ਇਹ ਕਿੱਧਰ ਦਾ ਗਿਆਨ ਹੈ ਜੀ ਸਰ? ਇਹ ਕਿੱਧਰ ਦਾ ਇਤਿਹਾਸ ਹੈ? ਸਮਝ ਨਹੀਂ ਆਉਂਦੀ। ਜਿਵੇਂ ਧਾਲੀਵਾਲ ਸਾਹਿਬ ਕਹਿੰਦੇ, ਸਰ ਗੱਲ ਸੁਣੋ, ਸਰ ਗੱਲ ਸੁਣੋ। ਸਾਡੀ ਗੱਲ ਹੀ ਨਹੀਂ ਸੁਣਦਾ ਕੋਈ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਅੱਜ ਪੰਜਾਬ ਦੇ ਵਿੱਚ ਹੋਲੀ ਮਨਾਈ ਗਈ ਹੈ, ਪਰ ਹੋਲੀ ਦੇ ਨਾਲ-ਨਾਲ ਬੜਾ ਹੁੜਦੰਗ ਵੀ ਦੇਖਣ ਨੂੰ ਮਿਲਿਆ ਹੈ। ਕਈ ਥਾਈਂ ਪੁਲਿਸ ਨੇ ਸਖਤੀ ਵੀ ਦਿਖਾਈ ਹੈ। ਹੋਲੀ ਲੱਗਦੀ ਨਹੀਂ ਗੁਰਪ੍ਰੀਤ, ਜੀ, ਏਦਾਂ ਲੱਗਦਾ ਹੈ। ਅੱਛਾ, ਲੋਕੀ ਆਉਂਦੇ ਨੇ ਪੰਜਾਬ ਖਾਲੀ ਹੋ ਗਿਆ ਜੀ, ਪੰਜਾਬ ਖਾਲੀ ਹੋ ਗਿਆ। ਮੈਂ ਕਹਿੰਦਾ ਜਿਹੜੇ ਪੰਜਾਬ ਦੇ ਇਹ ਸੱਜਣ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਖੈਰਖਵਾ ਬਣਦੇ ਆ, ਉਹਨਾਂ ਨੂੰ ਹੋਲੀ ਵਾਲੇ ਦਿਨ ਇਹ ਦਿਖਾਉਣੇ ਚਾਹੀਦੇ ਆ। ਚੱਲ ਵੀ ਤੁਸੀਂ ਆਂਦੇ ਜੇ ਪੰਜਾਬ ਖਾਲੀ ਹੋ ਗਿਆ, ਅਸੀਂ ਆਂਦੇ ਆ ਕਿ ਭਾਈ ਪੰਜਾਬ ਤੇ ਇੰਨਾ ਭਰਿਆ ਕਿ ਸੜਕਾਂ ਤੋਂ ਲੰਘਣਾ ਮਾਲ ਹੈ। ਜੀ, ਤੁਸੀਂ ਵੇਖੋ ਤੇ ਸਹੀ ਨਾ ਮੰਡੀਰ ਅੱਜ ਕਿੱਦਾਂ ਕਮਾਲ ਹੈ ਯਾਰ, ਕਮਾਲ ਆ। ਅਸੀਂ ਆਪ ਜਿੱਥੇ ਬੈਠੇ ਸਾਂ, ਬੜੀ ਪੀਸਫੁਲ ਜਗ੍ਹਾ ਹੈ ਗੁਰਪ੍ਰੀਤ, ਜਿੱਥੇ ਅਸੀਂ ਡੇਲੀ ਕੋਈ ਘੰਟਾ ਡੇਢ ਘੰਟਾ ਆਪਦੀ ਗੱਪਸ਼ਪ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ, ਤਾਂ ਮਤਲਬ ਕਿ ਚਾਹ ਕੌਫੀ ਪੀਂਦੇ ਆ ਰਲ ਮਿਲ ਕੇ। ਤਾਂ ਸਾਡੀ ਤਾਂ ਆਪ ਉੱਥੇ ਐਸੀ ਹਾਲਤ ਹੋ ਗਈ ਸੀ ਕਿ ਜੀ ਕਰਦਾ ਸੀ ਬਈ
ਕੰਧ 'ਚ ਟੱਕਰ ਮਾਰੀਏ, ਐਸੀ ਹਾਲਤ ਹੋਈ ਸੀ। ਤਾਂ ਮੋਹਾਲੀ ਦੇ ਵਿੱਚ ਤਾਂ ਬਹੁਤ ਵੱਡੀ ਲੜਾਈ ਹੋ ਗਈ। ਜੀ, ਉੱਥੇ ਤੇ ਸ਼ਰਾਬ ਪੀ ਕੇ, ਕਿਉਂਕਿ ਨਸ਼ਾ ਕਰਕੇ ਤੇ ਹੋਲੀ ਖੇਡਦੇ ਨੇ ਸਰ, ਜੀ, ਜ਼ਿਆਦਾਤਰ ਨਸ਼ਾ ਕਰਕੇ ਹੋਲੀ ਖੇਡਦੇ ਆ। ਤਾਂ ਇੱਥੇ ਡੇਰਾ ਬੱਸੀ ਤੇ ਦਾਤਪੁਰ ਮਹੱਲਾ ਦੇ ਵਿੱਚ ਕਹਿੰਦੇ ਬਹੁਤ ਵੱਡੀ ਲੜਾਈ ਹੋਈ ਹੈ ਜੀ, ਤੇ ਲੋਕਾਂ ਨੂੰ ਤੇ ਹੂੰ, ਆਪਦੇ ਬੂਹੇ ਭੇੜਨੇ ਪਏ। ਫਿਰ ਪੁਲਿਸ ਮੌਕੇ ਤੇ ਪਹੁੰਚੀ, ਤੁਸੀਂ ਹਿਸਾਬ ਲਾ ਲਓ ਕੀ ਚੱਲਦਾ। ਔਰ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਨੌਨ ਪੰਜਾਬੀ ਇਹ ਬਹੁਤ ਗੰਦ ਪਾਉਂਦੇ। ਮੈਂ ਤੁਹਾਨੂੰ ਸਿੱਧੀ ਗੱਲ ਕਹਾਂ, ਹੋਲੀ ਵਾਲੇ ਮੌਕੇ ਤੇ ਕਿਤੇ ਜੀ, ਮੱਛਰ ਜਾਂਦੇ ਆ। ਮੈਂ ਕਿਸੇ ਬਿਲਕੁਲ, ਨਾਲ ਨਫ਼ਰਤ ਨਹੀਂ ਕਰਦਾ, ਤੁਹਾਨੂੰ ਪਤਾ ਆਮ ਤੌਰ ਤੇ ਮੈਂ ਉਦਾਰਵਾਦੀ ਹਾਂ, ਪਰ ਇਹ ਹੋਲੀ ਜਦੋਂ ਖੇਡਦੇ ਆ ਉਦੋਂ ਤੇ ਇਹ ਭੁੱਲ ਜਾਂਦੇ ਆ ਸਭ ਕੁਝ। ਤੇ ਇੱਧਰ ਜੇ ਤੁਸੀਂ ਵੇਖੋਗੇ, ਅੱਜ ਲੁਧਿਆਣਾ ਦੇ ਵਿੱਚ ਵੀ ਦੋ ਦੋਸਤਾਂ ਨੂੰ ਕਾਰ ਨੇ ਕੁਚਲ ਦਿੱਤਾ। ਦੱਸਦੇ ਆ ਕਿ ਮਾਮੂਲੀ ਗੱਲ ਤੋਂ ਹੀ ਕੋਈ ਹੋਈ ਆ। ਅੱਛਾ, ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਪੰਜਾਬ 'ਚ ਕੀ ਜੀ, ਚੱਲਦਾ ਪਿਆ। ਪੁਲਿਸ ਹੀ ਆਪਦੀਆਂ ਖਬਰਾਂ ਲੁਕਾ ਲੈਂਦੀ ਆ। ਜੀ, ਰੌੜ ਚੌਂਕੀ ਆ ਬਿਲਕੁਲ ਹਰਿਆਣਾ ਬਾਰਡਰ ਤੇ, ਉਥੇ ਇੱਕ ਝਗੜਾ ਹੋਇਆ ਤੇ ਛਡਾਉਣ ਗਿਆ ਮੁਲਾਜ਼ਮ ਇਹਨਾਂ ਦਾ, ਤੇ ਚੁੱਕ ਕੇ ਉਹਨਾਂ ਨੇ ਕੋਠੀ ਦੀ ਦੂਜੀ ਮੰਜ਼ਲ ਤੋਂ ਸੁੱਟਤਾ। ਤੁਸੀਂ ਹਿਸਾਬ ਲਾ ਲਓ, ਕਿਤੇ ਖਬਰ ਹੀ ਨਹੀਂ ਆਈ ਪੰਜਾਬ 'ਚ ਹੂੰ, ਕੀ ਚੱਲਦਾ ਪਿਆ। ਅੱਛਾ, ਇਧਰ ਜੇ ਆਪਾਂ ਵੇਖੀਏ ਤਾਂ ਸੁਖਨਾ ਲੇਕ ਤੇ ਬੜਾ ਹੀ ਇਕੱਠ ਹੋ ਗਿਆ, ਉੱਥੇ ਡਾਂਗ ਵਰੀ। ਗੇੜੀ ਰੂਟ ਵਾਲੀ ਸਾਈਡ ਮੁਹਾਲੀ, ਉੱਥੇ ਡਾਂਗ ਵਰੀ। ਬਈ ਪਤਾ ਹੀ ਨਹੀਂ ਕਿੱਥੇ ਕਿੱਥੇ ਡਾਂਗ ਵਰੀ। ਇੰਨੇ ਚਲਾਨ ਕੱਟੇ ਪੁਲਿਸ ਨੇ, ਇੰਨੇ ਚਲਾਨ ਕੱਟੇ, ਗੱਲੇ ਹੀ ਛੱਡ ਦਿਓ। ਹੁਣ ਜੇ ਡਾਂਗ ਜ਼ਿਆਦਾ ਵਰਾਉਂਦੇ ਆ ਤੇ ਸਾਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਵੀ ਜਾਗ ਪੈਂਦੇ ਆ। ਹੁਣ ਜੀ, ਪੁਲਿਸ ਵੀ ਕਿੱਧਰ ਜਾਵੇ? ਇੰਨੇ ਲੋਕਾਂ ਨੂੰ ਸੰਭਾਲਣਾ ਕਿਵੇਂ ਸੰਭਾਲਿਆ ਜਾਵੇ? ਤੇ ਮਾਂ-ਬਾਪ ਵੀ ਸੰਭਾਲਣੋਂ ਕਹਿੰਦੇ ਵੀ ਰਹਿਣ ਦਿਓ, ਇਹਨਾਂ ਨੂੰ ਤਾਂ ਬਾਹਰ ਹੀ ਰਹਿਣ ਦਿਓ, ਘਰੇ ਸੰਭਾਲ ਕੇ ਇਹਨਾਂ ਨੂੰ ਕੀ ਕਰਨਾ ਹੈ, ਜਦੋਂ ਜੀ, ਕੋਈ ਸੁਣਦਾ ਹੀ ਨਹੀਂ। ਸਭ ਤਿੰਨ ਤਿੰਨ ਚਾਰ ਚਾਰ ਜਣੇ ਚੜੇ ਨੇ ਆ ਸਕੂਟੀਆਂ ਜੀਆਂ ਤੇ, ਭਾਂ ਭਾਂ ਕਰਦੇ ਫਿਰਦੇ। ਪੀਪਣੀਆਂ ਉਹਨਾਂ ਨੇ ਮੂੰਹ ਚ ਪਾਈਆਂ ਨੇ, ਹਾਲ 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 ਹੋ। ਇਹ ਆਂਦੇ ਪੰਜਾਬ ਖਾਲੀ ਹੋ ਗਿਆ। ਸਰ ਪੰਜਾਬ ਕਿੱਥੇ ਖਾਲੀ ਹੋ ਗਿਆ? ਪੰਜਾਬ ਤੇ ਇਹਨਾਂ ਲੋਕਾਂ ਨੇ ਅੱਜ ਬਿਲਕੁਲ ਗੁੱਠੇ ਲਾ ਰੱਖਿਆ ਸੀ। ਇਹੀ ਸੜਕਾਂ ਤੇ ਨਜ਼ਰ ਆਉਂਦੇ ਸਨ। ਤਾਂ ਬਹੁਤ ਥਾਵਾਂ ਤੇ ਚਲਾਨ ਕੱਟੇ ਗਏ, ਬਹੁਤ ਥਾਵਾਂ ਤੇ ਡਾਂਗ ਵਰੀ ਆ, ਬਹੁਤ ਥਾਵਾਂ ਤੇ ਕੁਝ ਕਹਿ ਲੋ ਲੜਾਈ ਝਗੜੇ ਹੋਏ ਆ, ਕੁਝ ਥਾਵਾਂ ਤੇ ਐਕਸੀਡੈਂਟ ਹੋਏ ਆ। ਤਾਂ ਕੁੱਲ ਮਿਲਾ ਕੇ ਹੋਲੀ ਉਹ ਹੋਲੀ ਨਹੀਂ ਰਹੀ, ਹੋਲੀ ਹੁੜਦੰਗ ਚ ਤਬਦੀਲ ਹੋ ਗਈ ਆ। ਜੀ, ਹੋਲੀ ਹੁੜਦੰਗ ਚ ਤਬਦੀਲ ਹੋ ਗਈ ਆ ਗੁਰਪ੍ਰੀਤ। ਹੋਲੀ ਮौज ਮਸਤੀ ਦਾ ਇੱਕ ਦਿਨ ਬਣ ਗਈ ਆ, ਖਾਣ ਪੀਣ ਦਾ ਦਿਨ ਬਣ ਗਈ ਆ। ਮੁੰਡੇ ਕੁੜੀਆਂ ਜੋ ਕਰਦੇ ਆ, ਖਾਸ ਤੌਰ ਤੇ ਅੱਜ ਕੱਲ ਕੁੜੀਆਂ ਵੀ, ਮਾਫ ਕਰਨਾ, ਉਹ ਵੀ ਜੀ, ਟੋਲੀਆਂ ਬਣਾ ਕੇ ਜਿਸ ਤਰ੍ਹਾਂ ਬਈ ਗਾਹ ਪਾ ਰਹੀਆਂ ਨੇ, ਉਹ ਮਤਲਬ ਕਿ ਬਰਾਬਰ ਹੀ ਆ। ਮਾਰੀ ਸ਼ੋਰੀਆਂ ਕਾ ਸ਼ੋਰੋਂ ਸੇ ਕਮ ਹੈ, ਉਧਰ ਵੀ ਕੰਮ ਹੂੰ, ਚੱਲ ਪਿਆ। तो इस करके काफी कुछ है। और होली का इतिहास जे पुछ लो, इतिहास पुछ लो, मैनू नहीं लगता कि 100 चो कोई 10 भी जाने भी जानते होंगे इन्हां च। इस जी, करके बई ये ते एक मौज मस्ती का साधन बन गया। होली होली सी प्यार का त्योहार, रंगां का त्योहार। रंग का तुहानू पता ही आ, जिहड़ी पसंदीदा रंग हुंदा ना, तुहानू मैं एक होर दसां, ओहदी जी, साइकी दे नाल बड़ी गूढ़ी सांझ हुंदी आ। जी, मनुख दी मतलब कि अंदर दी प्रवृत्ति किस तरह दी है, रंग तो पता लग जाता है। रंग का संबंध आत्मा नाल हुंदा है। जी, ਤਾਂ ਰੰਗ ਜੇ ਦੇਖਿਓਗੇ ਤਾਂ ਇਹਦਾ ਪਿਛੋਕੜ ਧਾਰਮਿਕ ਤੌਰ ਤੇ ਪ੍ਰਹਲਾਦ ਨਾਲ ਜੁੜ ਜਾਂਦਾ ਹੈ ਨਾ। जी, ਹਰਿਣਾ ਕਸ਼ਪ ਉਹਦਾ ਪਿਤਾ ਸੀਗਾ, ਉਹਨੇ ਆਖਿਆ ਸੀਗਾ ਕਿ ਬਈ ਇਹਨੂੰ ਹੋਲਿਕਾ ਕਿਉਂਕਿ ਵਰ ਹਾਸਲ ਕਰਕੇ ਚੱਲ ਰਹੀ ਸੀ ਕਿ ਉਹਨੂੰ ਅੱਗ ਨਹੀਂ ਲੱਗਦੀ, ਤੇ ਉਹ ਅੱਗ 'ਚ ਬਹਿ ਗਈ ਸੀ ਪ੍ਰਹਲਾਦ ਨੂੰ ਲੈ ਕੇ, ਇਹ ਸੜ ਜਾਊਗਾ। ਪ੍ਰਮਾਤਮਾ ਨੇ ਬਚਾ ਲਿਆ। ਤਾਂ ਹੀ ਹੋਲਿਕਾ ਦਹਨ, ਬ੍ਰਿਜ ਦੀ ਹੋਲੀ, ਕ੍ਰਿਸ਼ਨ ਗੋਪੀਆਂ ਨਾਲ ਖੇਡਦੇ ਸਨ ਮਿੱਥ ਅਨੁਸਾਰ। ਫਿਰ ਇਸ ਤੋਂ ਇਲਾਵਾ ਔਰਨ ਕੀ ਹੋਲੀ ਮਮ ਹੋਲਾ, ਗੁਰੂ ਸਾਹਿਬ ਨੇ ਇੱਕ ਨਵਾਂ ਸੰਕਲਪ ਦਿੱਤਾ। तो जी, गल यह कि बई यदी धार्मिक महत्ता सी, भाईचारक महत्ता सी। अगे अहीं ते थोड़े जे पैसों का रंग लेंदे सां ते सानू बकायदा एक लाद हुंदी सी, बई एवें राह जांदे ते नहीं पाउणा, सियाणे ते नहीं पाउणा, किसी औरत ते नहीं पाउणा। बई आपस दे विच खेडो, किसी ने कोई इदा अख च नहीं पाउणा, काला तेल नहीं इस्तेमाल करना, कोई कैमिकल्ड रंग नहीं इस्तेमाल करना। बड़ा बड़ा सन ते छित्र भी वर जांदा सी कई बार। हुँ, तो आ चीज जिहड़ी आ बई होली ते ਜਿਹੜੀ ਆ ਹੌਲੀ ਹੌਲੀ ਪਾਸੇ ਹੁੰਦੀ ਜਾ ਰਹੀ ਆ। ਹੋਲੀ ਨਹੀਂ, ਹੁਣ ਤੇ ਹਮਜੋਲੀ ਜਿਹੜੇ ਆ ਉਹ ਜ਼ਿਆਦਾ ਹਾਵੀ ਹੋ ਰਹੇ ਆ। जी, बिल्कुल, बिल्कुल। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਮਾਨ ਦੀ ਡਾਕਟਰ ਨਾਲ ਤਸਵੀਰ ਸਾਹਮਣੇ ਆਈ ਹੈ ਜੀ। ਹਾਂਜੀ ਬਿਲਕੁਲ ਆਈ ਆ ਜੀ, ਤਸਵੀਰ ਆਈ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ, ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਆਪਾਂ ਜਦੋਂ ਇਹ ਪਿਛਲੀ ਵਾਰੀ ਪਿਛਲੀ ਮਰਤਬਾ
ਐਡਮਿਟ ਹੋਏ ਸਨ ਤੇ ਉਦੋਂ ਗੱਲ ਕਹੀ ਸੀ ਕਿ ਸਾਊਥ ਦੇ ਵਿੱਚ ਇਹ ਡਾਕਟਰ ਦੀ ਤਲਾਸ਼ ਦੇ ਵਿੱਚ ਆ। ਗੁਰਪ੍ਰੀਤ, ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਅਗਾਊਂ ਪਤਾ ਲੱਗਦੀਆਂ ਨੇ ਤੇ ਉਹ ਕਈ ਮਹੀਨਿਆਂ ਬਾਅਦ ਸੱਚ ਹੋ ਜਾਂਦੀਆਂ। ਇਹਨਾਂ ਦੇ ਭਗਤ ਤਾਂ ਹੀ ਤੇ ਚੀਕਾਂ ਮਾਰਦੇ ਆ ਨਾ, ਮੇਰੇ ਤੋਂ ਤਾਂ ਹੀ ਤੇ ਚਿੜਦੇ ਆ ਜੀ। ਇਹਨਾਂ ਦੀ ਇੰਟੈਲੀਜੈਂਸੀ ਤੇ ਜਾ ਕੇ ਪਤਾ ਨਹੀਂ ਕੀ ਉਹ ਵੀ ਉਹੋ ਜਿਹੀ ਆ। ਕਹਿੰਦੇ ਜੀ ਉਹ ਤੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ। ਲਓ ਦੱਸੋ, ਮੈਂ ਕਿਹੜਾ ਲੋਕ ਸਭਾ ਦੇ ਪੇਪਰ ਭਰਨੇ ਯਾਰ, ਇੱਥੇ ਗੁਰਪ੍ਰੀਤ ਨਾਲ ਬੈਠਾ ਹੋਊਗਾ ਅਗਲੇ ਸਾਲ ਵੀ ਇਸ ਵੇਲੇ। ਜੀ। ਤੋ ਬਈ ਇਹੋ ਜਿਹਾ ਤੇ ਕੰਮ ਆ। ਅੱਛਾ, ਹੁਣ ਵੀ ਜਿਹੜੀ ਤਸਵੀਰ ਸਾਡੇ ਤੱਕ ਪਹੁੰਚੀ ਆ ਉਹ ਡਾਕਟਰ ਆਕਾਂक्षा ਜੀ ਹੈ, ਉਹਨਾਂ ਨੇ ਪਾਈ ਆ। ਆਨਰੇਬਲ ਚੀਫ ਮਿਨਿਸਟਰ ਆਫ ਪੰਜਾਬ ਮਿਸਟਰ ਭਗਵੰਤ ਮਾਨ, ਬਟ as of now he is my patient शिवा, हथ जोड़ के प्रे। ਤਾਂ ਇਹ ਤਸਵੀਰ ਨਿਕਲ ਕੇ ਆਈ ਆ ਸਾਹਮਣੇ। ਹੁਣ ਇਸ ਤਸਵੀਰ ਦੀ ਅਸੀਂ ਕੋਈ ਤਸਦੀਕ ਤੇ ਨਹੀਂ ਕਰਦੇ। ਡਾਕਟਰ ਆਕਾਂक्षा ਬਾਰੇ ਜਦੋਂ ਪਤਾ ਕੀਤਾ ਗਿਆ ਤੇ ਇਹ ਉਹ ਜੋ ਨੇਚਰ ਸੈਂਟਰ ਹੈ, ਨੇਚਰ ਕੇਅਰ ਇੰਸਟੀਚਿਊਟ ਹੈ ਬੰਗਲੁਰੂ ਦੇ ਵਿੱਚ, ਉੱਥੇ ਹੀ ਦੱਸੇ ਜਾਂਦੇ ਨੇ। ਤਾਂ ਯਾਨੀ ਮਤਲਬ ਕਿ ਇੱਕ ਬਤੌਰ ਪੇਸ਼ੈਂਟ ਇਹਨਾਂ ਨੂੰ ਦਰਸਾਇਆ ਗਿਆ ਹੈ। ਤੋ ਇਹੀ ਗੱਲ ਸੀ, ਇਹੀ ਗੱਲ ਦਾ ਓਲਾ ਸੀ ਕਿ ਉਹ ਪਰਦੇ ਰੱਖਦੀ ਸੱਜਣਾ ਤੋਂ ਤੇਰਾ ਹਫਤੇ ਤੱਕ ਹੋ ਵਿਆਹ ਜਾਣਾ। ਤਾਂ ਇਹੀ ਪਰਦਾ ਸੀ, ਭੇਦ ਖੁੱਲ ਗਿਆ ਬਸ ਕਿ ਇਹਨਾਂ ਦਾ ਇਲਾਜ ਹੀ ਚੱਲ ਰਿਹਾ ਹੈ। ਹੁਣ ਇਲਾਜ ਕਾਹਦਾ ਚੱਲ ਰਿਹਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਹਨਾਂ ਨੂੰ ਕੁਝ ਸਿਹਤ ਨੂੰ ਲੈ ਕੇ ਸਮੱਸਿਆਵਾਂ ਹੈਗੀਆਂ। ਸਮੱਸਿਆਵਾਂ ਕਿਉਂ ਹੈ, ਰੂਟਸ ਦਾ ਵੀ ਤੁਹਾਨੂੰ ਪਤਾ, ਕਹਿਣ ਦੀ ਲੋੜ ਨਹੀਂ, ਮੈਂ ਉੱਧਰ ਜਾਂਦਾ ਵੀ ਨਹੀਂ ਹੁੰਦਾ। ਖਾਣ ਪਾਣ ਦਾ ਮਸਲਾ ਹੈ। ਤਾਂ ਸ਼ਾਇਦ ਇਹਨਾਂ ਨੂੰ ਬ੍ਰੇਕ ਵੀ ਮਿਲੇਗੀ, ਇਹਨਾਂ ਨੂੰ ਇਲਾਜ ਵੀ ਮਿਲੇਗਾ, ਇਹਨਾਂ ਦੀ ਸ਼ਾਇਦ ਕਾਉਂਸਲਿੰਗ ਵਾਉਂਸਲਿੰਗ ਹੋ ਕੇ ਤੇ ਐਨ ਮੈਨੂੰ ਲੱਗਦਾ ਕਿ ਤਰੋ ਤਾਜ਼ਾ ਭਗਵੰਤ ਮਾਨ ਜਿਹੜੇ ਐ ਬਲਾਕੀ ਮਾਰ ਕੇ ਮੋਟਰਸਾਈਕਲ ਤੁਰੇ ਤੇ ਬਹਿ ਜਾਂਦੇ ਹੁੰਦੇ ਸੀ, ਮੈਨੂੰ ਉਦਾਂ ਦੇ ਨਜ਼ਰ ਆਉਣਗੇ। ਐ ਤੁਰੇ ਜਾਂਦੇ ਮੋਟਰਸਾਈਕਲ ਤੋਂ 20-25 ਦੀ ਸਪੀਡ ਤੋਂ ਮਾਰ ਕੇ ਛਾਲ ਉਤਰ ਕੇ ਤੇ ਘਰਾਂ 'ਚ ਵੜ ਜਾਂਦੇ ਹੁੰਦੇ ਸੀ। ਬਈ ਅੱਠਾ ਪਿੰਡਾਂ ਦੇ ਵਿੱਚ ਜਾ ਕੇ 1 ਘੰਟੇ 2 ਘੰਟਿਆਂ 'ਚ ਪ੍ਰੋਗਰਾਮ ਕਰ ਦਿੰਦੇ ਹੁੰਦੇ ਸਨ। ਖਿੱਚੀ ਤੁਰੇ ਆਉਂਦੇ ਸਨ, ਵਾਟਾਂ ਤੁਰਦੇ ਤੁਰਦੇ ਹੀ ਰੋਟੀ ਜਿਹੜੀ ਹੱਥ ਤੇ ਰੱਖ ਕੇ ਚਾਰ ਨਾਲ ਖਾ ਕੇ ਤੇ ਫੋਟੋ ਖਿਚਵਾ ਕੇ ਫੇਸਬੁੱਕ ਤੇ ਪਾ ਕੇ ਆਉ ਜਾਂਦੇ ਸੀ, ਆਉ ਜਾਂਦੇ ਸੀ। ਮੈਨੂੰ ਲੱਗਦਾ ਕਿ ਉਹੀ ਮਾਨ ਫਿਰ ਨਜ਼ਰ ਆਣਗੇ ਤੇ ਨਾਲ ਗਾਣਾ ਚੱਲਦਾ ਹੋਏਗਾ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਫਿਰ ਉਹ ਵਿੰਗੀ ਜੀ ਬਾਹ ਕਰਕੇ ਤੀਰ ਜਾ ਚਲਾਉਣਗੇ ਤੇ ਅੱਖਾਂ ਜਿਹੜੀਆਂ ਉਹ ਵੈਰੀਆਂ ਨੂੰ ਵਿਖਾਉਣਗੇ, ਆਪਣੇ ਵਿਰੋਧੀਆਂ ਨੂੰ ਵਿਖਾਉਣਗੇ। ਮੈਨੂੰ ਲੱਗਦਾ ਉਹ ਸਿਲਸਿਲਾ ਵਾਪਸ ਲਿਆਉਣਗੇ। ਜੀ ਬਿਲਕੁਲ। ਆਪਣੇ ਸਰੀਰ ਦਾ ਕਰਨ ਗਏ ਹੋਏ ਨੇ। ਚਲੋ ਖੈਰ, ਅਸੀਂ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਹਾਂਜੀ, ਕਿਉਂਕਿ ਬਿਲਕੁਲ ਆਲ ਬਿਲकुल ਓਵਰ ਗੁਰਪ੍ਰੀਤ, ਬਿਲकुल ਬਿਲकुल ਸਾਡੀ ਸਾਰੀ ਟੀਮ ਹੀ ਉਹਨਾਂ ਦੀ ਸਿਹਤਯਾਬੀ ਵਾਸਤੇ ਕਾਮਨਾ ਕਰੇਗੀ। ਤੋ ਜੀ। ਚਲੋ ਖੈਰ, ਪਰ ਇਹ ਲਿਹਾਜ਼ ਨਹੀਂ ਕਰਦੇ ਅਸੀਂ ਤੇ ਫਿਰ ਵੀ ਕਾਮਨਾ ਕਰਦੇ ਹਾਂ। ਜੀ ਬਿਲਕੁਲ ਬਿਲਕੁਲ। ਇਹ ਦੋਵੇਂ ਐਂਗਲ ਹੁੰਦੇ ਨੇ ਨਾ ਵੱਖੋ ਵੱਖਰੇ। ਤੁਸੀਂ ਇੱਕ ਮਨੁੱਖ ਹੋਣ ਦੇ ਨਾਤੇ ਵੀ ਡੀਲ ਕਰਨਾ ਤੇ ਸਾਡਾ ਪੇਸ਼ਾ ਹੈ, ਅਸੀਂ ਉਹ ਵੀ ਕੰਮ ਕਰਨਾ। ਦੋਨਾਂ ਨੂੰ ਆਪੋ ਆਪਣੀ ਥਾਂ ਰੱਖੋ, ਪਰ ਇਹ ਤਾਂ ਚਾਹੇ ਸਟੇਜ ਤੇ ਨੇ ਚਾਹੇ ਕਿਤੇ ਮੰਜੇ ਤੇ ਬੈਠੇ ਨੇ, ਕੰਮ ਸੇਮ ਹੀ ਰੱਖਦੇ ਨੇ। ਐ ਕੋਈ ਬਿੰਗ ਬਲ ਨਹੀਂ, ਐਂ ਹੀ ਚੱਲਦਾ ਕੰਮ। ਖੈਰ, ਉਧਰ ਵਕੀਲ ਨੇ ਲਾਏ ਨੇ 3rd ਡਿਗਰੀ ਦੇਣ ਦੇ ਦੋਸ਼ ਜੀ। ਅੱਛਾ, ਇਹ ਵੀ ਆਪਣੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਮਾਹੌਲ ਉਹੋ ਜਿਹਾ ਹੀ ਬਣਦਾ ਜਿਵੇਂ ਗਾਜ਼ੀਆਬਾਦ ਵਾਲੀ ਸਾਈਡ, ਦਿੱਲੀ ਇੱਧਰ ਨਾ ਵਕੀਲਾਂ ਦੇ ਬੜੇ ਪੰਗੇ ਪੈਂਦੇ ਆ। ਤੇ ਹੌਲੀ ਹੌਲੀ ਉਧਰ ਪਾਕਿਸਤਾਨ 'ਚ ਵੀ ਕਾਫੀ ਇਦਾਂ ਦੇ ਨਾ ਮਾਮਲੇ ਜਿਹੜੇ ਚੱਲ ਜਾਂਦੇ ਆ। ਤਾਂ ਆ ਹੁਣ ਕੁਝ ਸਾਲਾਂ ਦੇ ਅਸੀਂ ਵੇਖਣ ਡਏ ਆ ਕਿ ਕਾਫੀ ਮਾਮਲੇ ਜਿਹੜੇ ਨਾ ਵੱਧਦੇ ਪਏ ਆ। ਤਾਂ ਅੰਮ੍ਰਿਤਸਰ ਦੇ CIA ਸਟਾਫ ਤੇ ਇੱਕ ਮਹਿਲਾ ਵਕੀਲ ਦਾ ਜਿਹੜਾ ਮਾਮਲਾ ਉਹ ਤੂਲ ਫੜ ਗਿਆ। ਕੋਰਟ ਦੀ ਪੇਸ਼ੀ ਦੇ ਦੌਰਾਨ ਜਿਹੜੀ ਬੀਬੀ ਵਕੀਲ ਹੈ ਉਹਨੇ ਪੁਲਿਸ ਤੇ ਦੋਸ਼ ਲਾਇਆ ਹੈ। ਉਸਨੇ ਜੀ। ਕਿਹਾ ਹੈ ਕਿ ਭਾਈ ਅਦਾਲਤ ਦੇ ਵਿੱਚ ਕਿਹਾ ਕਿ CIA ਸਟਾਫ ਦੇ ਖਿਲਾਫ ਮੈਂ ਸ਼ਿਕਾਇਤ ਦਰਜ ਕਰਵਾਈ ਸੀ, ਇਸੇ ਰੰਜਿਸ਼ ਤੇ ਚੱਲਦਿਆਂ ਝੂਠਾ ਮਾਮਲਾ ਦਰਜ ਕੀਤਾ ਗਿਆ ਤੇ ਜਬਰਨ ਮੈਨੂੰ ਬਾਜ਼ਾਰ 'ਚ ਉਠਾਇਆ ਗਿਆ ਤੇ ਫਿਰ ਥਾਣੇ ਦੇ ਵਿੱਚ ਲਿਜਾ ਕੇ ਕੁੱਟਿਆ ਗਿਆ ਤੇ ਸਮਝੌਤਾ ਕਰਾਉਣ ਦਾ ਦਬਾਅ ਪਾਇਆ ਗਿਆ। ਲੇਕਿਨ ਜਦ ਇਨਕਾਰ ਕੀਤਾ ਗਿਆ ਤਾਂ 3rd ਡਿਗਰੀ ਟਾਰਚਰ ਕੀਤਾ ਗਿਆ। ਹੱਥ ਟੁੱਟਣ ਦਾ ਵੀ ਦਾਅਵਾ ਕੀਤਾ ਗਿਆ। ਬਾਰ ਐਸੋਸੀਏਸ਼ਨ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਆ। ਹੁਣ ਤੁਸੀਂ ਵੇਖੋ ਕਿ ਕੀ ਇਹ ਮਾਮਲਾ ਹੈ। ਪਹਿਲਾਂ ਤਾਂ ਥਾਣਾ ਜੀ। ਰਣਜੀਤ ਐਵੇਨਿਊ ਅੰਮ੍ਰਿਤਸਰ ਦੇ ਵਿੱਚ 3 ਮਾਰਚ 2026 ਨੂੰ ਮੁਕੱਦਮਾ ਨੰਬਰ 42 ਦਰਜ ਕੀਤਾ ਜਾਂਦਾ ਹੈ। ਜੀ। ਧਾਰਾ 308 3-5 ਅਤੇ 351-3 ਦੇ ਤਹਿਤ ਸ਼ਿਕਾਇਤਕਰਤਾ ਕੋਈ ਗਾਂਵ ਪਿੰਡ ਹੈ ਜਿਹੜਾ ਤਲਵੰਡੀ ਦਸੌਂਦਾ। ਅੱਛਾ,
ਇਹਦੇ ਮੁਤਾਬਕ ਕਿ ਪਿੰਡ ਦੇ ਗੁਰਮੇਜ ਸਿੰਘ ਨੂੰ ਕੁਝ ਲੋਕਾਂ ਨੇ ਫੋਨ ਕਰਕੇ ਕਥਿਤ ਤੌਰ ਤੇ ਬਲੈਕਮੇਲ ਕਰਨਾ ਸ਼ੁਰੂ ਕੀਤਾ ਸੀ। ਦੋਸ਼ ਹੈ ਕਿ ਪਹਿਲਾਂ 500 ਰੁਪਏ ਦੇ ਗੂਗਲ ਪੇ ਟ੍ਰਾਂਜੈਕਸ਼ਨ ਦਾ ਹਵਾਲਾ ਦਿੱਤਾ ਤੇ ਬਾਅਦ ਚ 10 ਲੱਖ ਰੁਪਏ ਦੀ ਮੰਗ ਕੀਤੀ ਗਈ, ਮਤਲਬ ਕਿ ਬਲੈਕਮੇਲਿੰਗ ਦੇ ਨਾਲ ਜੁੜਿਆ ਗਿਆ। ਔਰ ਹੁਣ ਇਹ ਜਿਹੜੀ ਔਰਤ ਆ, ਵਕੀਲ ਆ ਸਿਮਰਨਜੀਤ ਕੌਰ, ਇਹ ਕਹਿੰਦੀ ਆ ਕਿ ਬਈ ਨਜਾਇਜ਼ ਕਿਉਂਕਿ ਮੈਂ ਸ਼ਿਕਾਇਤ ਕੀਤੀ ਸੀ। ਅੱਛਾ, ਪਤਾ ਨਹੀਂ, ਹੁਣ ਜਾਂਚ ਪੜਤਾਲ ਹੋਏਗੀ, ਕੋਰਟ ਦੇ ਵਿੱਚ ਮਾਮਲਾ ਜਾਏਗਾ ਤੇ ਪਤਾ ਲੱਗੇਗਾ ਕੌਣ ਸੱਚਾ ਹੈ ਕੌਣ ਝੂਠਾ ਹੈ। ਪਰ ਪੁਲਿਸ ਦੇ ਖਿਲਾਫ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਬਹੁਤ ਕੁਝ ਚੱਲ ਰਿਹਾ ਹੈ। ਹੁਣ ਤੇ 35 ਪੁਲਿਸ ਮੁਕਾਬਲਿਆਂ ਦੀ ਸ਼ਿਕਾਇਤ ਜਿਹੜੀ ਆ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਪਹੁੰਚ ਗਈ ਆ। 35 ਉਹ ਜੀ 35 ਪੁਲਿਸ ਮੁਕਾਬਲੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਦੀ ਕਹਾਣੀ ਬਿਲਕੁਲ ਇੱਕੋ ਜਿਹੀ ਆ ਕਿ ਰਿਕਵਰੀ ਲਈ ਬੰਦੇ ਲਿਜਾਏ ਗਏ ਤੇ ਉਥੋਂ ਉਹਨਾਂ ਨੇ ਭੱਜਣ ਦਾ ਯਤਨ ਕੀਤਾ ਜਾਂ ਫਾਇਰਿੰਗ ਕੀਤੀ ਤੇ ਆਹ ਕੁਝ ਹੋ ਗਿਆ। ਇੱਧਰ ਜੇ ਤੁਸੀਂ ਵੇਖੋਗੇ ਇਸ ਤਰ੍ਹਾਂ ਦਾ ਇੱਕ ਮਾਮਲਾ ਤੁਹਾਨੂੰ ਮੈਂ ਹੋਰ ਦੱਸ ਦਿੰਨਾ। ਜੀ ਇੱਧਰ ਮੋਗੇ ਵਾਲੀ ਸਾਈਡ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਬੀਬੀ ਜਿਹੜੀ ਥਾਣੇਦਾਰ ਨਹੀਂ ਸੀ, ਉਹਦੇ ਤੇ ਕਰਪਸ਼ਨ ਦਾ ਕੇਸ ਸੀਗਾ ਤੇ ਕਿਸੇ ਹੋਰ ਕੇਸ ਦੇ ਵਿੱਚ, ਖੁਦਕੁਸ਼ੀ ਦੇ ਕੇਸ ਦੇ ਵਿੱਚ, ਉਹ ਜਦੋਂ ਗਵਾਹੀ ਦੇਣ ਆਈ ਤੇ ਵਕੀਲ ਨੇ ਕਾਊਂਟਰ ਕਰ ਲਿਆ ਕਿਤੇ ਕਿ ਤੁਹਾਡੇ ਤੇ ਜੀ ਕਰਪਸ਼ਨ ਦਾ ਕੇਸ ਸੀ ਜਿਹੜਾ ਉਹ ਕਾਹਤੋਂ ਆ। ਕਹਿੰਦੇ ਉਹ ਕਿ ਇੰਨੀ ਚਿੜੀ ਇਸ ਗੱਲ ਤੋਂ ਕਿ ਬਾਹਰ ਆ ਕੇ ਵਕੀਲ ਨੂੰ ਗੇਟ ਤੇ ਕਹਿੰਦੀ ਕਿ ਕੋਈ ਗੱਲ ਨਹੀਂ, ਮੇਰੇ ਸੂਤ ਆ ਜੀ, ਫਿਰ ਤੈਨੂੰ ਦੱਸੂਗੀ ਕਿ ਹੂੰ ਪੰਜੀ ਦਾ ਪਾਉਣ ਕਿਹਨੂੰ ਕਹਿੰਦੇ ਆ। ਤੁਸੀਂ ਹਿਸਾਬ ਲਾ ਲਓ, ਡਾਇਰੈਕਟ ਹੀ ਕੰਮ ਚੱਲਣ ਡਿਆ, ਇਹ ਤਾਂ ਡਾਇਰੈਕਟ ਹੀ ਚੱਲ ਪਿਆ ਨਾ, ਜੀ ਏਦਾਂ ਥੋੜੀ ਹੁੰਦਾ। ਇਨਡਾਇਰੈਕਟ ਵੀ ਮਾੜਾ ਹੈ ਇਦਾਂ ਦਾ ਕੰਮ, ਤੇ ਇਹ ਤੇ ਡਾਇਰੈਕਟ ਹੀ ਖੁੱਲੇ ਫਿਰਦੇ ਆ। ਕਿਉਂਕਿ ਜਦੋਂ ਪਿੱਛੋਂ ਇਹਨਾਂ ਦੇ ਬੌਸ ਦਾ ਹੁਕਮ ਹੈ, ਇਹਨਾਂ ਦੇ ਆਕਿਆਂ ਦਾ ਹੁਕਮ ਹੈ, ਦਿੱਲੀ ਵਾਲਿਆਂ ਦਾ ਹੁਕਮ ਹੈ ਕਿ ਚੱਕੀ ਆਓ ਆਪਾਂ ਫੁੱਲ ਸਟੇਟ ਬਣਾਉਣਾ ਤਗੜੇ ਹੋ ਕੇ, ਆਪਾਂ ਬੋਲਣ ਵਾਲਿਆਂ ਦੀ ਘੰਡੀ ਮਰੋੜ ਦੇਣੀ ਆ, ਆਪਾਂ ਚਿੰਤਕ, ਬੁੱਧੀਜੀਵੀ, ਰਾਜਨੀਤਿਕ ਵਿਰੋਧੀ ਛੱਡਣੇ ਨੇ, ਹਾਰਡਕੋਰ ਕ੍ਰਿਮੀਨਲ ਹੋਣ ਜਾਂ ਰੇਕੀ ਸ਼ੇਕੀ ਵਾਲੇ, ਕੋਈ ਦੂਜੀ ਤੀਜੀ ਦੁਕੀ ਤਿੱਕੀ ਵਿਚਾਰੇ ਜੋ ਵੀ ਹੋਣ, ਵਲੇਟੀ ਚਲੋ। ਮਤਲਬ ਕਿ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰਨਾ ਤਕੜੇ ਹੋ ਕੇ। ਜਦੋਂ ਤੁਸੀਂ ਇਹ ਕਹੋ ਕਿ ਚੱਲ ਪੁੱਤ ਘੋੜਿਆ ਤੇਰੇ ਚ ਬੜੇ ਹੌਸਲੇ, ਤੇ ਘੋੜੇ ਹੋਰੀ ਫਿਰ ਕਿਤੇ ਖੜਦੇ ਆ, ਕਿਤੇ ਉਹ ਤੇ ਜਾਣਗੇ ਮੈਦਾਨਾਂ ਚ ਗਾਂ ਖੁੱਲਮ ਖੁੱਲੇ। ਬਿਲਕੁਲ ਜੀ, ਇਹ ਤਾਂ ਸਿੱਧਾ ਹੀ ਤੁਰਿਆ ਆਉਂਦਾ ਕੰਮ। ਹੁਣ ਖੈਰ ਉਧਰ ਅੱਗੇ ਵਧੀਏ ਤਾਂ ਰਣਜੀਤ ਸਿੰਘ ਵਾਲੇ ਐਨਕਾਊਂਟਰ ਮਾਮਲੇ ਦੇ ਵਿੱਚ ਕੱਲ ਕਹਿੰਦੇ ਵੀ ਪੋਸਟਮਾਰਟਮ ਹੋਇਆ ਸੀ, ਉਸ ਤੋਂ ਬਾਅਦ ਅੱਜ ਸੰਸਕਾਰ ਰੁਕਿਆ। ਬੇਸ਼ੱਕ ਦੇਹ, ਮ੍ਰਿਤਕ ਦੇਹ ਘਰ ਲਿਆਂਦੀ ਗਈ ਹੈ, ਉੱਥੋਂ ਤਸਵੀਰਾਂ ਬੜੀਆਂ ਦਰਦਨਾਕ ਸਾਹਮਣੇ ਆ ਰਹੀਆਂ ਸੀ, ਰੂਹ ਨੂੰ ਝੰਜੋੜਨ ਵਾਲੀਆਂ। ਤੇ ਸੰਸਕਾਰ ਹੁਣ ਜਿਹੜੀ ਗੱਲ ਤੁਸੀਂ ਕੱਲ ਜ਼ਿਕਰ ਕੀਤਾ ਸੀ ਉਸੇ ਤੇ ਰੁਕਿਆ ਹੋਇਆ ਹੈ ਜਾਂ ਅੱਜ ਫਿਰ ਕੋਈ ਹੋਰ ਗੱਲ ਵੀ ਐਡ ਹੋਈ ਹੈ ਜੀ? ਹਾਂਜੀ, ਦੇਖੋ ਉਹਨਾਂ ਦੀ ਡਿਮਾਂਡ ਸ਼ਾਇਦ ਇਹੀ ਹੈ ਕਿ ਪੋਸਟਮਾਰਟਮ ਜਿਹੜਾ ਨਵੇਂ ਸਿਰੇ ਤੋਂ ਦੁਬਾਰਾ ਹੋ ਜਾਵੇ। ਪਰ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਹੁਣ ਪਚੀਦਾ ਮਾਮਲਾ ਹੈ ਗੁਰਪ੍ਰੀਤ, ਕਿਉਂਕਿ ਕੋਰਟ ਦੇ ਹੁਕਮਾਂ ਤੇ ਜੱਜ ਦੀ ਹਾਜ਼ਰੀ 'ਚ ਵੀਡੀਓਗ੍ਰਾਫੀ ਹੋ ਕੇ ਪੋਸਟਮਾਰਟਮ ਹੋਇਆ ਤਾਂ ਦੁਬਾਰਾ ਤਾਂ ਬਹੁਤ ਔਖਾ ਹੋ ਜਾਏਗਾ, ਤਾਂ ਕੋਰਟ ਦੇ ਥਰੂ ਹੀ ਕੰਮ ਕਰਨਾ ਪਊਗਾ। ਤਾਂ ਮੇਰੇ ਖਿਆਲ ਨਾਲ ਹੁਣ ਦੇਖੋ, ਇਹਦੇ 'ਚ ਸਰਕਾਰ ਨੂੰ ਥੋੜੀ ਜਿਹੀ ਸੰਵੇਦਨਾ ਤੇ ਵਿਖਾਉਣ ਦੀ ਜ਼ਰੂਰਤ ਸੀ ਕਿ ਉਸ ਪਰਿਵਾਰ ਨੂੰ, ਬਈ ਜੇ ਮੰਨ ਲਓ ਕੋਈ ਕਾਨੂੰਨ ਕਾਇਦਾ ਅੜਚਨ ਬਣਦਾ ਤਾਂ ਤੁਸੀਂ ਸਿੱਧੇ ਤੌਰ ਤੇ ਭਰੋਸੇ 'ਚ ਲੈ ਕੇ ਕਹਿੰਦੇ ਕਿ ਏਮਸ ਚੋਂ ਕਰਾਉਣਾ ਜਾਂ ਬਈ ਤੁਸੀਂ ਪੀਜੀਆਈ ਚੋਂ ਕਰਵਾਉਣਾ ਤਾਂ ਕਰਵਾ ਲਓ, ਕੀ ਦਿੱਕਤ ਆ। ਤਾਂ ਮੈਨੂੰ ਲੱਗਦਾ ਕਿ ਨੌਬਤ ਆਉਣੀ ਨਹੀਂ ਸੀ, ਪਰ ਜਾਣ ਬੁੱਝ ਕੇ ਇਸ ਚੀਜ਼ ਨੂੰ ਇਦਾਂ ਕੀਤਾ ਜਾ ਰਿਹਾ। ਤੁਹਾਨੂੰ ਪਤਾ ਕਰਨਲ ਬਾੜ ਦੇ ਮਾਮਲੇ 'ਚ ਕੀ ਹੋਇਆ, ਕਰਨਲ ਬਾੜ ਦੀ ਤੇ ਪਤਨੀ ਆ ਪਰਸੋਂ ਫੇਰ ਪੀਸੀ ਕਰੀ ਜਾਂਦੀ ਸੀ। ਬਿਲਕੁਲ ਉਹ ਕਹਿੰਦੀ ਜਿਹੜੇ ਬੰਦਿਆਂ ਨੂੰ ਅਕਿਊਜ਼ ਬਣਾਇਆ ਜਾਂਚ ਪੜਤਾਲ 'ਚ, ਉਹਨਾਂ ਬੰਦਿਆਂ ਨੂੰ ਤੇ ਪੋਸਟਿੰਗ ਕਰਤਾ। ਫਿਰ ਤੁਸੀਂ ਹਿਸਾਬ ਲਾ ਲਓ। ਸਰ ਮੈਂ ਤਾਂ ਹੀ ਕਹਿਣਾ ਨਾ ਕਿ ਪਿੱਛੋਂ ਆਕਿਆਂ ਦਾ ਹੁਕਮ ਹੈ, ਉਹ ਜਦੋਂ ਪਿੱਠ ਤੇ ਖਲੋਤੇ ਆ। ਇਸ ਜੀ ਵਾਸਤੇ ਇਹ ਬਹੁਤ ਹੀ ਸ਼ਰਮਨਾਕ ਗੱਲ ਆ, ਬਹੁਤ ਹੀ ਸ਼ਰਮਨਾਕ ਗੱਲ ਆ ਕਿ ਨੌਜਵਾਨ ਨਾ ਸਿਰਫ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਰਹੇ ਝੂਠੇ ਤੌਰ ਤੇ, ਬਲਕਿ ਉਹਨਾਂ ਦੀਆਂ ਡੈੱਡ ਬੋਡੀਜ਼ ਵੀ ਰੁਲ ਰਹੀਆਂ ਨੇ। ਬਿਲਕੁਲ। ਉਧਰ ਸਾਰੀਆਂ ਬੀਬੀਆਂ ਨੂੰ ਕਹਿੰਦੇ 1000 ਰੁਪਏ ਵਾਲਾ ਤੋਹਫਾ ਨਹੀਂ ਮਿਲਣਾ। ਇਹ ਤਾਂ ਹੁਣ ਕਹਿ ਲਈਏ ਵੀ ਬਾਹਲਾ ਔਖਾ ਹੀ ਕੰਮ ਹੋਊਗਾ। ਵੈਸੇ ਤਾਂ ਅਸੀਂ ਇਸ ਗੱਲ ਦੇ ਹੱਕ 'ਚ ਹੀ ਨਹੀਂ ਕਿ ਇਸ ਤਰੀਕੇ ਦਾ ਵੈਲਫੇਅਰ ਸਟੇਟ ਹੋਣ ਦੇ ਨਾਤੇ ਵੈਲਫੇਅਰ ਕਰਨਾ ਹੁੰਦਾ, ਪਰ ਤੁਸੀਂ ਸਿਰਫ ਤੇ ਸਿਰਫ ਚੋਣਾਂ ਜਿੱਤਣ ਲਈ ਜੇਕਰ ਇਹ ਕੰਮ ਕਰੋ, ਉਹ ਵੀ ਬਿਲਕੁਲ ਨੇੜੇ ਆ ਕੇ, ਤਾਂ ਉਹ ਸਿੱਧਾ ਸਪਸ਼ਟ ਕਰਦਾ ਵੀ ਤੁਹਾਡਾ ਵੈਲਫੇਅਰ ਕਰਨ ਵਾਲਾ ਕੋਈ ਵੀ ਇਰਾਦਾ ਨਹੀਂ ਹੈਗਾ। ਤੁਸੀਂ ਜੋ ਕਰਨਾ ਚਾਹੁੰਦੇ ਹੋ ਸਭ ਨੂੰ ਸਪਸ਼ਟ ਹੋ ਜਾਂਦਾ ਹੈ। ਖੈਰ, ਕੀ ਕਹੋਗੇ ਇਸ ਤੇ ਵੀ 1000 ਰੁਪਈਆ ਵੀ ਕਹਿੰਦੇ ਸਾਰੀਆਂ ਬੀਬੀਆਂ ਨੂੰ ਨਹੀਂ ਮਿਲਣਾ, ਕਿਹੜੀਆਂ ਨੂੰ ਮਿਲਣਾ ਤੇ ਕਿਹੜੇ ਰਹਿ ਨਹੀਂ ਨਹੀਂ, ਜਾਣਗੇ? ਇਹ ਨਾ ਤਾਂ ਵੈਲ ਹੈ ਨਾ ਫੇਅਰ ਹੈ। ਜੀ ਮੈਂ ਇਹਨਾਂ ਅੰਗਰੇਜ਼ੀ ਦਾ ਗਿਆਤਾ ਨਹੀਂ। ਵੈਲ ਚੰਗਾ ਹੁੰਦਾ ਨਾ, ਫੇਅਰ ਹੁੰਦਾ ਜਾਇਜ਼। ਇਹ ਨਾ ਜੀ ਚੰਗਾ ਨਾ ਜਾਇਜ਼ ਹੈ। ਵੈਲਫੇਅਰ ਕਿੱਥੇ ਤੇ ਵੈਲਫੇਅਰ ਹੁੰਦਾ, ਇਹ ਠੀਕ ਨਹੀਂ ਹੈਗਾ।
ਜੋ ਇੰਡੀਆ 'ਚ ਚੱਲ ਰਿਹਾ ਹੈ। ਦੇਖੋ ਬਿਹਾਰ ਦੇ ਵਿੱਚ ਕੋਡ ਆਫ ਕੰਡਕਟ ਦੇ ਦੌਰਾਨ ਜੀ 15,000 ਕਰੋੜ ਰੁਪਈਆ ਡਾਇਰੈਕਟ ਖਾਤਿਆਂ 'ਚ ਪਾ ਦੇਣਾ ਬੈਨੀਫਿਸ਼ਰੀਜ਼ ਦੇ। ਸਰ ਉਹ ਜੀ ਰਿਸ਼ਵਤ ਨਹੀਂ ਤੇ ਹੋਰ ਕੀ ਆ? ਮੈਨੂੰ ਦੱਸੋ, ਵੋਟ ਖਰੀਦਣ ਦਾ। ਹੁਣ ਜਿਹੜਾ ਤਾਕਤਵਰ ਆ, ਮੇਰੀ ਗੱਲ ਸੁਣਿਓ ਧਿਆਨ ਨਾਲ, ਜੀ ਇਹ ਫੇਰ ਮਤਲਬ ਕਿ ਫੇਰ ਇਲੈਕਸ਼ਨ ਰਹਿ ਜਾਏਗਾ ਜਦੋਂ ਕੋਡ ਆਫ ਕੰਡਕਟ ਦੇ ਵਿੱਚ ਇੱਕ ਤਾਕਤਵਰ ਧਿਰ, ਹੁਕਮਰਾਨ ਧਿਰ, ਸਰਕਾਰੀ ਪੈਸਾ ਉਹਨਾਂ ਦੇ ਕੋਲ ਖਜ਼ਾਨੇ ਚੋਂ ਸਿੱਧਾ ਪੈਸਾ ਦੇ ਦੇਗੀ, ਤਾਂ ਦੂਜੀਆਂ ਪਾਰਟੀਆਂ ਲਈ ਕੀ ਬਰੋਬਰ ਜੋ ਆਰਟੀਕਲ 21 ਹੈ ਬਰੋਬਰਤਾ ਦੀ ਗੱਲ ਕਰਦਾ ਹੈ, ਜਾਂ ਜਿਹੜਾ ਆਪਣਾ ਪੀਪਲਸ ਰਿਪਰੈਜ਼ੈਂਟੇਟਿਵ ਐਕਟ ਆ, ਤਾਂ ਉਹ ਇੱਕ ਬਰਾਬਰ ਦੇ ਵਿਹਾਰ ਦੀ ਗੱਲ ਕਰਦਾ ਹੈ ਕਿ ਬਰਾਬਰ ਦੇ ਮੌਕੇ ਦੀ ਗੱਲ ਕਰਦਾ ਹੈ। ਕੀ ਇਹਦੇ 'ਚ ਜਾਇਜ਼ ਰਹਿ ਜਾਂਦੀ ਹੈ ਬਰੋਬਰਤਾ ਕਿ ਇੱਕ ਧਿਰ ਕੋਲ ਖਜ਼ਾਨੇ ਦੀ ਚਾਬੀ ਆ, ਲੋਕਾਂ ਦੇ ਪੈਸੇ ਚੋਂ ਕੱਢ ਕੇ ਕੋਡ ਆਫ ਕੰਡਕਟ ਦੇ ਦੌਰਾਨ ਦੇ ਦੇਵੇ? ਇਹੀ ਗੱਲ ਇੱਥੇ ਲਾਗੂ ਹੁੰਦੀ ਹੈ ਜੀ। ਨਾਲੇ ਇੱਥੇ ਪੈਸੇ ਵੀ ਦੇਖੋ ਕਿੰਨੇ ਬਣਦੇ ਨੇ ਨਾ, ਜਿਹੜੇ ਉੱਥੇ ਦਿੱਤੇ ਗਏ ਨੇ। 10,000 ਰੁਪਈਆ ਇੱਕ ਖਾਤੇ 'ਚ ਪਾਇਆ ਗਿਆ, ਉਹ 5 ਸਾਲ ਦੇ 60 ਮਹੀਨੇ ਲਾ ਲਓ, 60 ਮਹੀਨਿਆਂ ਦੇ ਹਿਸਾਬ ਨਾਲ 166 ਰੁਪਈਏ ਪਰ ਮਹੀਨੇ ਬਣਦੇ ਨੇ ਉਹ, ਹਾਂਜੀ। ਜਿਹੜੇ ਤਾਂ ਦਿੱਤੇ ਤੁਸੀਂ ਗਏ। ਇਹ ਦੇਖੋ, ਪਰ ਉਸ 15,000 ਕਰੋੜ ਰੁਪਏ ਨੇ ਗੇਮ ਚੇਂਜ ਕਰਤੀ ਉਹਨਾਂ ਦੀ। ਬਿਲਕੁਲ ਆ ਵੀ ਹੁਣ ਦੇਖੋ 4 ਸਾਲ ਇਹਨਾਂ ਨੇ ਕੱਖ ਨਹੀਂ ਕੀਤਾ, ਹੁਣ ਡਾਇਰੈਕਟ ਬੈਨੀਫਿਟਸ ਦੇਣਗੇ, ਤਾਂ ਉਹ ਦੂਜੇ ਜਿਹੜੇ ਆ ਵਿਰੋਧੀ ਧਿਰਾਂ ਵਾਲੇ ਮੁਕਾਬਲੇ 'ਚ ਬਰਾਬਰ ਕਿਵੇਂ ਆਉਣਗੇ? ਜੀ ਕਿਉਂਕਿ ਉਹਨਾਂ ਦੇ ਕੋਲ ਧਨ ਵੰਡਣ ਦਾ ਸਾਧਨ ਨਹੀਂ ਹੈ ਸਿੱਧੇ ਤੌਰ ਤੇ, ਪਰ ਇਹ ਵੈਲਫੇਅਰ ਦੇ ਨਾਮ ਤੇ ਕਹਿ ਲਓ ਕਿ ਜਾਂ ਇਦਾਂ ਦੀ ਵੰਡ ਦੇ ਨਾਮ ਤੇ ਵੰਡ ਕੇ ਤੇ ਪ੍ਰਭਾਵਿਤ ਕਰ ਲੈਣਗੇ ਲੋਕਾਂ ਨੂੰ। ਪਰ ਅੱਜ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਨਾ ਤਾਂ ਇਸ ਸਕੀਮ ਦੇ ਵਿੱਚ ਟੈਕਸ ਪੇਅਰ ਬੀਬੀਆਂ ਆਉਣਗੀਆਂ, ਨਾ ਇਸ ਸਕੀਮ ਦੇ ਵਿੱਚ ਉਦਮੀ ਬੀਬੀਆਂ ਆਉਣਗੀਆਂ, ਯਾਨੀ ਜਿਹੜੀਆਂ ਬਿਜ਼ਨਸ ਵੂਮਨ ਹੁੰਦੀਆਂ ਨੇ, ਜੀ ਅਤੇ ਕੁਝ ਹੋਰ ਸਮਾਜਿਕ ਤੇ ਆਰਥਿਕ ਪੈਰਾਮੀਟਰਸ ਹੋਣਗੇ। ਕੁੱਲ ਮਿਲਾ ਕੇ ਅਖਬਾਰ ਨੇ ਰਫਲੀ ਇੱਕ ਅੰਕੜਾ ਦਿੱਤਾ ਵਾ 40 ਕੁ ਲੱਖ ਦਾ, ਕਿ 40 ਲੱਖ ਔਰਤਾਂ ਲਾਭਪਾਤਰੀ ਹੋਣਗੀਆਂ। ਪਰ ਬਿਲਕੁਲ ਤੁਹਾਡੀ ਗੱਲ ਸਹੀ, ਅੱਜ ਹੀ ਅਖਬਾਰ ਦੇ ਵਿੱਚ ਇਹ ਵੀ ਅੰਕੜਾ ਛਪਿਆ ਹੈ ਨਾ ਕਿ ਕੁੱਲ ਕਰਜ਼ਾ 4,17,000 ਕਰੋੜ ਪਹੁੰਚ ਜਾਏਗਾ ਇਸ ਬਜਟ ਦੇ ਦੌਰਾਨ। ਜੀ ਯਾਨੀ ਇਸ ਸਰਕਾਰ ਦੇ ਕਾਰਜਕਾਲ ਦੇ ਪੂਰਿਆਂ ਹੁੰਦਿਆਂ ਤਾਂ ਲਗਭਗ ਆਪਾਂ ਮੰਨ ਕੇ ਚੱਲੀਏ ਕਿ 4.5 ਲੱਖ ਕਰੋੜ ਕਰਜ਼ਾ ਹੋ ਜਾਏਗਾ। ਯਾਨੀ ਇਸ ਜੀ ਸਰਕਾਰ ਦੇ ਵਿੱਚ ਐਵਰੇਜ ਜੇ ਆਪਾਂ ਮੰਨ ਕੇ ਚੱਲੀਏ ਤੇ ਮੈਨੂੰ ਲੱਗਦਾ ਕਿ 50,000 ਕਰੋੜ ਰੁਪਇਆ ਕਰਜ਼ਾ, 40 ਤੋਂ 50,000 ਕਰੋੜ ਰੁਪਇਆ ਕਰਜ਼ਾ ਹਰ ਸਾਲ ਚੁੱਕਣਾ ਪੈ ਰਿਹਾ ਹੈ। ਤੇ ਜਿਹੜੀ ਨਵੀਂ ਸਰਕਾਰ ਆਏਗੀ, ਚਾਹੇ ਇਹਨਾਂ ਦੀ ਆ ਜਾਵੇ, ਸਾਨੂੰ ਕੋਈ ਕਹਿ ਲਓ ਕਿ ਗਿਲਾ ਨਹੀਂ ਹੈ, ਵੋਟਰਾਂ ਨੇ ਚੁਣਨਾ ਹੈ, ਤਾਂ ਭਾਈ ਇਹਨਾਂ ਦੀ ਸਰਕਾਰ ਆ ਜਾਏਗੀ ਤਾਂ ਐਵਰੇਜ ਕਰਜ਼ਾ ਹੋਰ ਵਧਣਾ ਸ਼ੁਰੂ ਹੋ ਜਾਏਗਾ ਪੰਜਾਬ ਦਾ ਆਉਣ ਵਾਲੇ ਸਮੇਂ 'ਚ। ਕਿਉਂਕਿ ਸਬਸਿਡੀਆਂ, ਤਨਖਾਹਾਂ, ਅਜੇ ਤੇ ਤੁਸੀਂ ਇਹ ਵੇਖੋ ਨਾ ਕਿ ਡੀਏ ਵਗੈਰਾ ਲਾਗੂ ਨਹੀਂ ਕਰ ਰਹੇ, ਏਰੀਅਰ ਨਹੀਂ ਦੇ ਰਹੇ ਮੁਲਾਜ਼ਮਾਂ ਦੇ। ਇੱਕ ਮੁਲਾਜ਼ਮ ਨੂੰ ਕਿੰਨਾ 16,000 ਰੁਪਈਆ ਵੀ ਮੰਨ ਲਓ 15,000 ਵਧਾ ਕੇ ਦੇਣਾ ਪਿਆ, ਤਾਂ ਕਿੱਥੇ ਚਲੇ ਜੂਗੀ ਗੱਲ? ਜੀ ਬਿਲਕੁਲ ਤੁਸੀਂ ਕਰਜ਼ਾ ਚੱਕ ਕੇ ਕਰਜ਼ਾ ਤਾਰ ਰਹੇ ਹੋ, ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਭਾਈ ਇਹ ਖਜ਼ਾਨੇ ਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ, ਸਭ ਕੁਝ ਵਧੀਆ ਹੈ, ਪੁਰਾਣਿਆਂ ਨੂੰ ਕੰਮ ਨਹੀਂ ਕਰਨਾ ਆਇਆ, ਸਾਡਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ। ਉੱਪਰੋਂ ਤੁਸੀਂ ਇਹੋ ਜਿਹੇ ਲਾਲਚ ਦਿੰਦੇ ਹੋ, ਤੇ ਉਹ ਲਾਲਚਾਂ ਦੀ ਪੂਰਤੀ ਤੁਸੀਂ ਜਾ ਕੇ ਆਖਰੀ ਸਾਲ ਦੇ ਵਿੱਚ, ਆਖਰੀ ਸਮੇਂ ਦੌਰਾਨ ਕਰਦੇ ਹੋ, ਬਿਲਕੁਲ ਮਿੱਥ ਕੇ, ਜਿੱਦਾਂ ਬਾਕੀ ਰਵਾਇਤੀ ਪਾਰਟੀਆਂ ਕਰਦੀਆਂ ਸੀ। ਪਰ ਤੁਸੀਂ ਤਾਂ ਰਵਾਇਤੀ ਪੁਣਾ ਤੋੜ ਕੇ ਅੱਗੇ ਆਏ ਸੀ। ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਇਸ ਤੋਂ ਸਭ ਤੋਂ ਵੱਖਰੇ ਆ। ਇਹ ਸਾਰੀ ਗੱਲ ਹੋਈ ਸੀ, ਪਰ ਉਹ ਮਿੱਟੀ ਘੱਟੇ 'ਚ ਰੁਲ ਗਈ ਹੈ ਹੁਣ ਸਾਰੀ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।